वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चक्र चहन्यार बरन जात हर पात नहन जेहे रूप रंग अर रेख पेख को कह न सकत कहे अचल मूरत अनभव प्रकाश अम तोज कहजै कोट इंद्र इंद्राण साहे साहान गणजै परे भवन महीप सुर नर असुर नेत नेत बान तृण कहत तव सर्ब नाम कथय कवन कर्म नाम वर्णत सुमत तव सर्ब नाम कथय कवन कर्म नाम वर्णत सुमत राख लेहो हम ते बेगरे सेल धर्म जप भगत न कीने हो अबमान टेढ़ पगरे अमर जान संची एह काया एह मिथ्या काची गगरे जिन्ह निवाज साज हम किए तिस बिसार अवर लगरे संधक तोहे साध नहीं कहियो शरण परे तुमरे पगरे कह कबीर एह बिनती सुनियो हो मत घालो हो जम की खबरे जगत जलंदा रख लै अपनी कृपा धार जगत जलंदा रख लै अपनी कृपा धार जित द्वारा उभरै तत लहो उबार हम अवगुण भरे एक गुण अमृत छाड़ माया मोह एक उत्तम पंथ सुनो गुर संगत तेह मिलंत जाम त्रास एक अरदास पाठ कीरत की गुर रामदास सुकहो टल गुर सेविय अहनस सहज दर्शन परस गुरु का सिफत खसमदी नूर अर सोह कुर सोह तुध डिठे सच्चे पातशाह माल सजन सच्चा पातशाह सिर सांद जिस पास बैठिया सोही
ਰਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਪਹਿਲਾ। ਆਵੋ ਮਿਲੋ ਸਹੇਲੀਓ ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਆਵੋ ਮਿਲੋ ਸਹੇਲੀਓ ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ ਅਸਾਪੇ ਉਥੈ ਜਾਣਾ। जिसका किया तिन्ही लिया हुआ तिसै का पाना। जो तिन कर पाया सो आगे आया असी के हुक्म करे हाँ। आवो मिलो सहेली हो सचड़ा नाम लैहा। मरण न मंदा लोका आखिया जे मर जाना ऐसा कोई। सेव हो साहिब समरथ अपना पंथ सुहेला आगा होए। पंथ सुहेला जावहो ता फल पावहो आगा मिलै वडाई। भेटै स्यो जावहो सच समावहो ता पत लेखै पाई। महली जाए पावहो खसमै पावहो रंग स्यो रलियां माणै। मरण ना मंदा लोका आखिया जे कोई मर जाने। मरण मुनसा सूर्या हक है जो होए मरण परवाणो। सूरे से आगे आखी है दरगह पावै साची मानो। दरगह मान पावह पत स्यो जावह आगा दुख न लागै। कर एक त्यावह ता फल पावह जित सेवै भौ भागै। ऊंचा नहीं कहना मन में रहना आपे जाने जानो। मरण मुनसा सूर्या हक है जो होए मरै परवाणो। नानक किसनो बाबा रोइया बाजी है एहो संसारो। कीता वेखै साहिब अपना कुदरत करे विचारो। कुदरत विचारे धारन धारे जिन किया सो जाने। आपे वेखै आपे बूझै आपे हुक्म पछाणै। जिन किछ किया सोई जानै ता
ਕਾ ਰੂਪ ਅਪਾਰੋ। ਨਾਨਕ ਕਿਸਨਾ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਅੱਜ ਦਾ ਪਾਵਨ ਸ੍ਰੀ ਮੁਖਵਾਕ ਜੋ ਅੰਮ੍ਰਿਤ ਵੇਲੇ ਸਾਨੂੰ ਸਾਰਿਆਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਅਲਾਣੀਆਂ ਵਿੱਚੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ। ਅਲਾਹਣੀਆਂ ਜਿਹਦੇ ਵਿੱਚ ਜਿਨ੍ਹਾਂ ਛੰਤਾਂ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਗੁਣਾਂ ਦਾ ਗਾਇਨ ਕੀਤਾ ਜਾਏ, ਕਿਸੇ ਦੇ ਗੁਣਾਂ ਦਾ, ਉਹਨੂੰ ਅਲਾਹਣੀਆਂ ਕਹਿੰਦੇ ਆ। ਖਾਸ ਕਰਕੇ ਕੋਈ ਪ੍ਰਾਣੀ ਚਲਾਣਾ ਕਰ ਜਾਏ ਤੇ ਚਲਾਣੇ ਕੀਤੇ ਹੋਏ ਪ੍ਰਾਣੀ ਦੇ ਗੁਣਾਂ ਨੂੰ ਗਾਇਨ ਕਰਕੇ ਜਿਹੜੇ ਛੰਤ ਪੜ੍ਹੇ ਜਾਂਦੇ ਨੇ ਉਹਨਾਂ ਨੂੰ ਅਲਾਹਣੀਆਂ ਕਹਿੰਦੇ ਹਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਲਾਹਣੀਆਂ ਪਾਰ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਕੇ ਉਚਾਰਨ ਕੀਤੀਆਂ। ਔਰ ਜਿਹੜਾ ਸਾਡਾ ਉਸ ਵਾਹਿਗੁਰੂ ਪਤੀ ਪਾਰ ਬ੍ਰਹਮ ਪਰਮੇਸ਼ਰ ਨਾਲ ਵਿਛੋੜਾ ਹੈ, ਉਸ ਵਿਛੋੜੇ ਵਿੱਚ ਰੁਦਨ ਕਰਨ ਦੀ ਗੱਲ ਉਹ ਸਤਿਗੁਰੂ ਜੀ ਨੇ ਕੀਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਗੁਰਬਾਣੀ ਦੀ ਇਸ ਪਾਵਨ ਪਵਿੱਤਰ ਅੰਮ੍ਰਿਤ ਵਿਚਾਰ ਨਾਲ ਜੁੜੀਏ। ਹਾਜ਼ਰੀਆਂ ਲਵਾਉਣ ਵਾਸਤੇ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਆਵੋ ਮਿਲਹੁ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੈਰਾਗਮਈ ਰਾਗ ਵਡਹੰਸ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਹਰ ਰਾਗ ਦਾ ਕੋਈ ਨਾ ਕੋਈ ਸਮਾਂ ਹੁੰਦਾ ਹੈ ਸੁਨਿਸ਼ਚਿਤ। ਸਮੇਂ ਦਾ ਗਾਵਿਆ ਹੋਇਆ ਰਾਗ ਖਿੜਦਾ ਹੈ। ਜੇ ਰਾਗ ਦਾ ਉਹ ਸਮਾਂ ਨਾ ਹੋਵੇ ਤਾਂ ਉਸ ਸਮੇਂ ਤੋਂ ਬਿਨਾਂ ਗਾਇਆ ਹੋਇਆ ਰਾਗ ਉਹ ਬੇਤਰਤੀਬਾ ਮੰਨਿਆ ਜਾਂਦਾ ਹੈ ਗੁਣੀ ਜਨਾਂ ਦੀ ਸਭਾ ਵਿੱਚ। ਹੋਲੇ ਮਹੱਲੇ ਦੀ ਰਾਤ ਤੱਕ ਜਿਹੜਾ ਰਾਗ ਗਾਇਆ ਜਾਂਦਾ ਸੀ, ਮਾਘੀ ਦੀ ਸੰਤ ਤੋਂ ਲੈ ਕੇ ਬਸੰਤ ਰਾਗ,
ਜੇ ਉਹ ਅੱਤ ਦੀ ਗਰਮੀ ਵਿੱਚ, ਜੇਠ ਹਾੜ ਦੀ ਕੜਕਦੀ ਧੁੱਪ ਦੇ ਵਿੱਚ ਗਾਇਆ ਜਾਏ ਤੇ ਉਹਦਾ ਰੰਗ ਨਹੀਂ ਬਣਨਾ। ਤੋ ਰਾਗਾਂ ਦਾ ਵੀ ਇੱਕ ਆਪਣੇ ਪ੍ਰਕਾਰ ਦਾ ਆਨੰਦ ਹੈ, ਇਹਨਾਂ ਦੇ ਵਿੱਚ ਵੀ ਇੱਕ ਕਲਾ ਹੈ। ਇਹ ਵੀ ਦੇਵਤੇ ਹਨ, ਏਦਾਂ ਕਹਿ ਸਕਦੇ ਹਾਂ। ਰਾਗਮਾਲਾ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦਰਜ ਕੀਤੀ ਹੈ, ਇਹ ਰਾਗਾਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਕੀਤੀ ਹੈ। ਮਹਾਪੁਰਸ਼ ਸੰਪਰਦਾਇ ਵਿਦਵਾਨ ਦੱਸਦੇ ਨੇ ਕਿ ਸਾਰੇ ਰਾਗ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਹਾਜ਼ਰ ਹੋਏ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਵੀ ਆਪ ਜੀ ਕਿਰਪਾ ਕਰਕੇ ਨਾਂ ਸੰਸਾਰ 'ਚ ਉਜਾਗਰ ਕਰੋ। ਤਾਂ ਉਹਨਾਂ ਸਾਰੇ ਰਾਗਾਂ ਦੀ ਇੱਕ ਮਾਲਾ ਬਣਾ ਕੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਔਰ ਉਸ ਪਾਵਨ ਬਾਣੀ ਦਾ ਨਾਮ ਰੱਖਿਆ ਰਾਗ ਮਾਲਾ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਅਠੋ ਨੰਦਨ। 6 ਰਾਗਾਂ ਦਾ ਉਹਦੇ ਚ ਮੁੱਖ ਦਾ ਜ਼ਿਕਰ ਕੀਤਾ, 6 ਰਾਗਾਂ ਦੀਆਂ ਇੱਕ ਇੱਕ ਰਾਗ ਦੀਆਂ ਫਿਰ 5-5 ਘਰ ਵਾਲੀਆਂ ਦਾ ਜ਼ਿਕਰ ਕੀਤਾ, ਫਿਰ ਉਹਨਾਂ ਦੇ ਅੱਗੋਂ 8-8 ਪੁੱਤਰਾਂ ਦਾ ਜ਼ਿਕਰ ਕੀਤਾ ਔਰ ਅਖੀਰ ਵਿੱਚ ਉਹਨਾਂ ਸਾਰੇ ਰਾਗਾਂ ਦੀ ਗਿਣਤੀ ਕਰਦਿਆਂ ਕਹਿੰਦੇ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭ ਹੈ ਪੁੱਤਰ ਰਾਗਨ ਕੇ 18 ਹੈ 10 20। ਖਸ਼ਟ ਰਾਗ ਯਾਨੀ ਖਸ਼ਟ ਨਾਮ ਹੁੰਦਾ 6 ਦਾ। 6 ਰਾਗ ਜਿਹੜੇ ਕਹੇ ਨੇ ਉੱਪਰ, ਉਹਨਾਂ 6 ਰਾਗਾਂ ਦੀਆਂ 5-5 ਘਰ ਵਾਲੀਆਂ ਦੀ ਗਿਣਤੀ ਕਰੀਏ ਤੇ ਕਿੰਨੀਆਂ ਬਣੀਆਂ 30। ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ 30 ਰਾਗਣੀਆਂ ਨੇ ਉਹਨਾਂ 6 ਰਾਗਾਂ ਦੀਆਂ ਘਰ ਵਾਲੀਆਂ 5-5। ਫਿਰ ਅੱਗੋਂ ਉਹਨਾਂ ਦੇ 8-8 ਪੁੱਤਰ ਹਨ। ਜਦੋਂ 8-8 ਪੁੱਤਰਾਂ ਦੀ ਗੱਲ ਕਰੀਏ 6 ਰਾਗਾਂ ਦਿਆਂ ਦੀ, ਤਾਂ ਫਿਰ ਸਭ ਹੈ ਪੁੱਤਰ ਰਾਗਨ ਕੇ 18 10 20 ਉਹਨਾਂ ਦੀ ਫਿਰ ਅੱਗੇ ਕੁੱਲ ਗਿਣਤੀ ਹੋ ਜਾਂਦੀ ਹੈ। ਤੋ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਰਾਗਾਂ ਦਾ ਜਿਹੜਾ ਉਹ ਅਨੁਵਾਦ ਹੈ ਆਪਣੀ ਪਾਵਨ ਪਵਿੱਤਰ ਬਾਣੀ 'ਚ ਕੀਤਾ ਹੈ। ਇਹ ਵੀ ਸੁਰਜੀਤ ਹਨ, ਇਹ ਜੜ ਨਹੀਂ ਹਨ। ਰਾਗਾਂ ਵਿੱਚ ਚੇਤਨਤਾ ਹੈ, ਇਹ ਸੁਰਜੀਤ ਹਨ। ਇਹਨਾਂ ਵਿੱਚ ਵੀ ਕਲਾ ਵਰਤਦੀ ਹੈ। ਜਦੋਂ ਮਲਾਰ ਪੜ੍ਹਿਆ ਜਾਂਦਾ ਹੈ, ਐਸਾ ਸੁਣਨ ਵਿੱਚ ਆਉਂਦਾ ਕਿ ਮਲਾਰ ਗਾਇਨ ਕਰਨ ਵਾਲਿਆਂ ਨੇ, ਮੇਘ ਗਾਇਨ ਕਰਨ ਵਾਲਿਆਂ ਨੇ ਜਦੋਂ ਇਹਨਾਂ ਰਾਗਾਂ ਦੀ ਚੇਤਨਤਾ ਨੂੰ ਸਮਝ ਲਿਆ, ਜਗਾ ਲਿਆ, ਤਾਂ ਵਾਕਈ ਉਹ ਮੀਂਹ ਵਰਸਾ ਦਿੰਦੇ ਸਨ। ਦੀਪਕ ਗਾਇਨ ਕਰਕੇ ਉਹ ਦੀਵੇ ਜਗਾ ਦਿੰਦੇ ਸਨ। ਉਹਦੇ ਅਸਲੀਅਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਸੇ ਵੀ ਰਾਗ ਦੀ ਸਾਧਨਾ ਅੱਜ ਵੀ ਅਗਰ ਕੋਈ ਰਾਗੀ ਸਿੰਘ ਕਰਦਾ ਹੈ ਔਰ ਉਸ ਰਾਗ ਨੂੰ ਸਾਧਦਿਆਂ ਉਸ ਰਾਗ ਵਿੱਚ ਇਤਨਾ ਇਕਮਿਕ ਹੋ ਜਾਂਦਾ ਹੈ, ਫਿਰ ਉਸ ਰਾਗ ਦੀ ਜਿਹੜੀ ਚੇਤਨਤਾ ਹੈ ਉਹ ਜਾਗਦੀ ਹੈ, ਉਹਦੀ ਕਲਾ ਵਰਤਦੀ ਹੈ। ਤੋ ਇਸ ਪ੍ਰਕਾਰ ਨਾਲ ਇਹਨਾਂ ਰਾਗਾਂ ਦਾ ਵੀ ਆਪੋ ਆਪਣਾ ਸਮਾਂ ਹੈ। ਇਹ ਚੇਤਨ ਨੇ ਬਿੜਹੰਸ ਰਾਗ ਵੈਰਾਗਮਈ ਸਮੇਂ ਵਿੱਚ ਗਾਇਨ ਕੀਤਾ ਜਾਂਦਾ। ਜਦੋਂ ਕੋਈ ਵੈਰਾਗਮਈ ਮਾਹੌਲ ਹੋਵੇ, ਵੈਰਾਗਮਈ ਕੋਈ ਪ੍ਰਾਣੀ ਚਲਾਣਾ ਕੀਤਾ ਹੋਵੇ ਜਾਂ ਕੋਈ ਉਦਾਂ ਵੈਰਾਗਮਈ ਮਾਹੌਲ ਬਣਿਆ ਹੋਵੇ, ਤਾਂ ਉਸ ਵੇਲੇ ਸਿਆਣੇ ਰਾਗੀ ਸਿੰਘ ਜਿਹੜੇ ਨੇ ਉਹ ਬਿੜਹੰਸ ਰਾਗ ਗਾਇਨ ਕਰਦੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਐਸੇ ਵੈਰਾਗ ਜਨਿਆ ਰਾਗ ਬਿੜਹੰਸ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੰਬੋਧਨ ਕਰਦਿਆਂ ਕਹਿੰਦੇ ਆਵੋ ਮਿਲੋ ਸਹੇਲੀ ਹੋ, ਐ ਸਹੇਲਿਓ ਸਖੀਓ ਆਓ ਮਿਲੋ, ਸੰਗਤੀ ਰੂਪ ਵਿੱਚ ਇਕੱਤਰ ਹੋਵੋ। ਔਰ ਸੰਗਤੀ ਰੂਪ ਵਿੱਚ ਇਕੱਤਰ ਹੋ ਕੇ ਆਪਣੇ ਸਾਹਿਬ ਨੂੰ ਸੰਭਾਲੋ, ਜਿਹੜਾ ਸਾਡੇ ਸਾਰਿਆਂ ਦਾ ਮਾਲਕ ਹੈ, ਸਾਡੇ ਸਾਰਿਆਂ ਦਾ ਸੁਆਮੀ ਹੈ। ਆਪਣੇ ਉਸ ਸਾਹਿਬ ਦਾ ਨਾਮ ਸੰਭਾਲੋ, ਉਹਦੇ ਅੰਮ੍ਰਿਤ ਨਾਮ ਦੀ ਸੰਭਾਲਣਾ ਕਰੋ, ਕਿਉਂਕਿ ਉਹ ਨਾਮ ਅਸੀਂ ਸੰਭਾਲਿਆ ਨਹੀਂ ਹੈ। ਪਰਮੇਸ਼ਰ ਦਾ ਅੰਮ੍ਰਿਤ ਨਾਮ ਬੜਾ ਕੀਮਤੀ ਹੈ, ਹੀਰਿਆਂ ਦੇ ਸਮਾਨ ਹੈ, ਪਰ ਅਸੀਂ ਉਸ ਅੰਮ੍ਰਿਤ ਨਾਮ ਦੀ ਸੰਭਾਲ ਨਹੀਂ ਕੀਤੀ।
ਜਗਤ ਗੁਰੂ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਆ, ਸਤ ਸੰਗੀਓ ਸਹੇਲਿਓ ਆਓ, ਸੰਗਤ ਦੇ ਰੂਪ ਵਿੱਚ ਮਿਲ ਕੇ ਇਕੱਤਰ ਹੋ ਕੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ, ਉਸ ਅੰਮ੍ਰਿਤ ਨਾਮ ਦੀ ਸੰਭਾਲਣਾ ਕਰੋ, ਸੱਚੜੇ ਨਾਮ ਦੀ ਸੰਭਾਲਣਾ ਕਰੋ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲਿਆ। ਜਦੋਂ ਸੱਚੇ ਨਾਮ ਨੂੰ ਲਵੋਗੇ, ਨਿਰੰਕਾਰ ਦੇ ਨਾਮ ਦੀ ਆਰਾਧਨਾ ਕਰੋਗੇ, ਤੇ ਨਾਲ ਫਿਰ ਆਪਣੇ ਉਸ ਮਾਲਕ ਤੋਂ, ਜਿਹੜਾ ਤਨ ਨਾਮ ਇੱਥੇ ਪਰਮੇਸ਼ਰ ਦਾ ਅਰਥ ਕੀਤਾ, ਵਾਚਕ ਕੀਤਾ ਹੈ ਕਿ ਜੋ ਵਾਹਿਗੁਰੂ ਪਰਮੇਸ਼ਰ ਦੇ ਤਨ ਤੋਂ ਸਾਡਾ ਬਿਰਹਾ ਵਿਛੋੜਾ ਹੋਇਆ, ਉਹਨੂੰ ਰੋਵੋ ਕਿ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਕਿਉਂ ਵਿਛੜੇ ਆ, ਕਿਹੜੇ ਕਰਮਾਂ ਕਰਕੇ ਵਿਛੜੇ ਆ। ਬਿਰਹਾ ਦੇ ਵਿੱਚ ਤਾਂ ਰੁਦਨ ਹੋਣਾ ਚਾਹੀਦਾ ਨਾ, ਵਿਛੋੜੇ ਦੀ ਤੜਫ ਵਿੱਚ ਤਾਂ ਨੇਤਰ ਭਰਦੇ ਨੇ, ਸੁਭਾਵਕ ਹੈ। ਇਸ ਕਰਕੇ ਗੁਰਦੇਵ ਕਹਿੰਦੇ ਜੇ ਰੋਣਾ ਤਾਂ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਤਨ ਤੋਂ ਜਿਹੜਾ ਵਿਛੋੜਾ ਹੋਇਆ, ਉਸ ਵਿਛੋੜੇ ਨੂੰ ਰੋਵੋ ਔਰ ਆਪਣੇ ਸਾਹਿਬ ਦੇ ਨਾਮ ਨੂੰ ਸੰਭਾਲੋ, ਉਸ ਮਾਲਕ ਨੂੰ ਸੰਭਾਲੋ ਜਿਸ ਤੋਂ ਵਿਛੜੇ ਹੋਏ ਹਾਂ, ਉਸ ਦੀ ਸੰਭਾਲਣਾ ਕਰੋ। ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ, ਅਸਾ ਪੇ ਉਥਾ ਜਾਣਾ। ਆਪਣੇ ਸਾਹਿਬ ਦਾ ਨਾਮ ਸੰਭਾਲੀਏ ਔਰ ਉਸ ਰਾਹ ਨੂੰ ਵੇਖੋ, ਉਸ ਰਸਤੇ ਨੂੰ ਵੇਖੋ ਜਿਸ ਰਸਤਿਓਂ ਅਸੀਂ ਸਾਰਿਆਂ ਨੇ ਚੱਲ ਕੇ ਉੱਥੇ ਜਾਣਾ। ਵਾਹਿਗੁਰੂ, ਉਸ ਰਾਹ ਨੂੰ ਵੇਖੋ ਜਿਹੜਾ ਰਾਹ ਸਾਨੂੰ ਭੁੱਲਿਆ ਹੋਇਆ। ਪਾਤਸ਼ਾਹ ਕਹਿੰਦੇ ਆਪਣੇ ਸਾਹਿਬ ਨੂੰ ਸੰਭਾਲਦਿਆਂ, ਉਹਦਾ ਨਾਮ ਲੈਂਦਿਆਂ ਆਪਣੇ ਰਾਹ ਨੂੰ ਵੀ ਵੇਖੋ, ਜਿਸ ਰਸਤੇ ਤੋਂ ਤੁਸੀਂ ਜਾਣਾ ਉਹਨੂੰ ਸਵਾਰਨ ਦਾ ਯਤਨ ਕਰੋ। ਭਗਤ ਰਵਿਦਾਸ ਜੀ ਮਹਾਰਾਜ ਜੀ ਬਚਨ ਕਰਦੇ, ਜਨਮ ਸਰਾਨੋ ਪੰਥ ਨਾ ਸਵਾਰਾ। ਤੂੰ ਆਪਣਾ ਜਨਮ ਅਜਾਈ ਬਤੀਤ ਕਰ ਦਿੱਤਾ, ਪਰ ਆਪਣਾ ਉਹ ਰਸਤਾ ਨਹੀਂ ਸਵਾਰਿਆ ਜਿਸ ਰਸਤੇ ਤੇ ਤੈਂ ਚੱਲ ਕੇ ਜਾਣਾ। ਜਗਤ ਗੁਰੂ ਬਾਬਾ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸੰਭਾਲ ਕੇ ਆਪਣੇ ਉਸ ਰਸਤੇ ਨੂੰ ਵੇਖੋ, ਉਸ ਰਸਤੇ ਦੀ ਸੰਭਾਲਣਾ ਕਰੋ। ਨਿਹਾਲਿਓ ਦਾ ਜਦੋਂ ਅਰਥ ਕਰਦੇ ਐ, ਇਹਦਾ ਮਤਲਬ ਹੈ ਵੇਖੋ, ਧਿਆਨ ਮਾਰ ਕੇ ਆਪਣੇ ਉਸ ਰਾਹ ਨੂੰ ਜਿਸ ਰਾਹ ਤੇ ਤੁਸੀਂ ਜਾਣਾ। ਕਿਉਂਕਿ ਇਸ ਰਸਤਿਓਂ ਬੜੇ ਨੇ ਜਿਹੜੇ ਪਹਿਲਾਂ ਗਏ ਨੇ, ਸਾਡੇ ਵੇਖਦਿਆਂ ਵੇਖਦਿਆਂ, ਇਹਨਾਂ ਅੱਖਾਂ ਨਾਲ, ਇਹਨਾਂ ਨੇਤਰਾਂ ਨਾਲ ਵੇਖਦਿਆਂ ਵੇਖਦਿਆਂ ਕਿਤਨੇ ਚਲੇ ਗਏ ਨੇ, ਗਿਣਤੀ ਕੋਈ ਨਹੀਂ। ਕਿੰਨਿਆਂ ਦੇ ਜਾਣ ਦੀ ਖਬਰ ਰੋਜ਼ ਸੁਣਦੇ ਆ, ਵੇਖਦੇ ਆ, ਪੜ੍ਹਦੇ ਆ ਅਖਬਾਰਾਂ 'ਚ। ਕਿਤਨੇ ਚਲੇ ਗਏ, ਕਿਤਨੇ ਸੰਬੰਧੀ ਚਲੇ ਗਏ, ਕਿਤਨੇ ਮਿੱਤਰ ਚਲੇ ਗਏ। ਪਾਤਸ਼ਾਹ ਕਹਿੰਦੇ ਭਾਈ ਇਹ ਗੱਲ ਆਪਣੇ ਹਿਰਦੇ 'ਚ ਜਾਣ ਲੈ ਕਿ ਅਸਾਂ ਵੀ ਉੱਥੇ ਜਾਣਾ, ਉਸ ਰਸਤੇ ਤੇ। ਮਤਾ ਤੇਰੇ ਮਨ 'ਚ ਭਰਮ ਹੋਵੇ ਕਿ ਉਸ ਰਾਹ ਦੇ ਉੱਤੇ ਜਿਹੜੇ ਗਏ ਨੇ ਉਹੀ ਜਾਣੇ ਸਨ, ਅਸੀਂ ਤਾਂ ਮਰਨਾ ਹੀ ਨਹੀਂ ਕਦੇ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਪੱਕਿਆਂ ਤੌਰ ਤੇ ਜਾਣ ਲੈ ਕਿ ਅਸਾਂ ਵੀ ਉੱਥੇ ਜਾਣਾ ਹੈ। ਜਿਸ ਕਾ ਕੀਆ ਤੇ ਨਹੀਂ ਲੀਆ, ਹੋਆ ਤਿਸੈ ਕਾ ਭਾਣਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ, ਉਸੇ ਨੇ ਇਹਦੇ ਵਿੱਚੋਂ ਜੀਵਨ ਸੱਤਾ ਲਈ ਹੈ। ਲੈਣੀ ਵੀ ਉਸੇ ਨੇ ਹੈ ਨਾ, ਇਹਦੇ ਅੰਦਰ ਜਿਹੜੀ ਸੱਤਾ ਹੈ, ਚੇਤਨਤਾ ਹੈ, ਉਹ ਸੱਤਾ ਦਿੱਤੀ ਵੀ ਪਰਮੇਸ਼ਰ ਨੇ, ਔਰ ਉਹ ਸੱਤਾ ਵਾਹਿਗੁਰੂ ਪਰਮੇਸ਼ਰ ਨੇ ਵਾਪਸ ਲੈ ਲੈਣੀ। ਜਿਹਦੇ ਬਾਰੇ ਆਪਾਂ ਪੜ੍ਹਦੇ ਆ ਨਾ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਉਹਦਾ ਹੁਕਮ ਆਉਣਾ ਤੇ ਉਹਨੇ ਸੱਦਣਾ ਵੀ ਉਸੇ ਨੇ ਆ, ਵਾਪਸ ਵੀ ਉਹਨੇ ਹੀ ਲੈਣਾ ਹੈ। ਇਸ ਕਰਕੇ ਕਹਿੰਦੇ ਜਿਸ ਨੇ ਕੀਤਾ ਉਸੇ ਨੇ ਲੈ ਲੈਣਾ ਵਾਪਸ। ਹੋਆ ਤਿਸੈ ਕਾ ਭਾਣਾ, ਜੋ ਹੋਇਆ ਉਹ ਵੀ ਉਹਦੇ ਭਾਣੇ ਵਿੱਚ ਹੋਇਆ, ਜੋ ਹੋਣਾ ਉਹ ਵੀ ਉਹਦੇ ਭਾਣੇ ਵਿੱਚ ਹੋਣਾ, ਤੇ ਹੋਣਾ ਉਹੀ ਹੈ ਜੋ ਉਹਨੂੰ ਪਾਉਂਦਾ ਹੈ। ਬੰਦੇ ਦੇ ਭਾਇਆ ਥੋੜੀ ਕੁਝ ਹੋਣਾ, ਵੀ ਮਨੁੱਖ ਤਾਂ ਬੜਾ ਕੁਝ ਸੋਚਦਾ, ਅਸੀਂ ਤਾਂ ਬੜਾ ਕੁਝ ਚਿਤਵਦੇ ਹਾਂ। ਪਰ ਪਾਤਸ਼ਾਹ ਕਹਿੰਦੇ ਹੋਣਾ ਉਹ ਹੈ ਜੋ ਉਸ ਮਾਲਕ ਨੂੰ, ਪਰਮੇਸ਼ਰ ਨੂੰ ਪਾਉਣਾ ਹੈ। ਜੋ ਤੈਨ ਕਰ ਪਾਇਆ ਸੋ ਆਗਾ ਆਇਆ, ਅਸੀਂ ਕਿ ਹੁਕਮ ਕਰੇ ਹਾਂ। ਜੋ ਤਿਨਾਂ ਜੀਵਾਂ ਨੇ ਆਪਣੇ ਹੱਥਾਂ ਨਾਲ ਕੀਤੇ ਨੇ ਕਰਮ, ਉਹੀ ਕੀਤੇ ਹੋਏ ਕਰਮਾਂ ਦੇ ਦੁੱਖ ਇਸ ਮਨੁੱਖ ਦੇ ਸਾਹਮਣੇ ਆਏ ਨੇ।
ਹੁਣ ਅਸੀਂ ਕੋਈ ਹੁਕਮ ਕਰਕੇ ਨਹੀਂ ਕਹਿ ਸਕਦੇ ਰੱਬਾ ਤੂੰ ਇਦਾਂ ਨਾ ਇਦਾਂ ਕਰ। ਹੁਕਮ ਤਾਂ ਕਰੀਏ ਵੀ ਜੇ ਕਿਸੇ ਦੇ ਕੀਤੇ ਕਰਮਾਂ ਦਾ ਫਲ ਮਿਲਿਆ ਹੋਵੇ। ਵਾਹਿਗੁਰੂ ਮਹਾਰਾਜ ਜੀ ਕਹਿੰਦੇ ਜੋ ਇਸ ਜੀਵ ਨੇ ਆਪਣੇ ਹੱਥੀਂ ਕੀਤਾ ਉਹੀ ਇਹਦੇ ਅੱਗੇ ਆਇਆ, ਤੇ ਫਿਰ ਹੁਣ ਹੁਕਮ ਕਿਹਨੂੰ ਕਰਕੇ ਕਹਿਣਾ ਵੀ ਇਦਾਂ ਨਾ ਇਦਾਂ ਕਰ। ਫਿਰ ਹੁਕਮ ਕਰਨ ਜੋਗੇ ਤਾਂ ਨਾ ਰਹੇ, ਫਿਰ ਤਾਂ ਵਾਹਿਗੁਰੂ ਪਰਮੇਸ਼ਰ ਨੇ ਕਹਿਣਾ ਵੀ ਸੱਜਣਾ ਤੈਂ ਕੀਤਾ ਤੂੰ ਹੀ ਭੋਗਣਾ। ਇਹ ਹੁਕਮ ਕਰਕੇ ਹਾਂ ਅਰਦਾਸ ਤਾਂ ਕਰ ਸਕਦਾ, ਵਾਹਿਗੁਰੂ ਹੋ ਗਏ ਨੇ ਗੁਨਾਹ, ਹੋ ਗਏ ਨੇ ਮੇਰੇ ਕੋਲੋਂ ਪਾਪ ਕਰਮ, ਹੇ ਮੇਰੇ ਬਖਸ਼ੰਦ ਸੁਆਮੀ ਮੈਂ ਜਾਣਦਾ ਹਾਂ ਇਹ ਭੋਗਣੇ ਪੈਂਦੇ ਐ, ਪਰ ਤੁਸੀਂ ਤਰਸ ਕਰੋ ਤਾਂ ਇਕੱਠੇ ਵੀ ਜਾ ਸਕਦੇ ਨੇ, ਕੱਟ ਲਓ। ਅਰਦਾਸ ਤਾਂ ਹੋ ਸਕਦੀ ਹੈ ਪਰ ਹੁਕਮ ਨਹੀਂ ਕਿ ਮਹਾਰਾਜ ਏਦਾਂ ਨਹੀਂ ਏਦਾਂ ਕਰੋ। ਅਸੀਂ ਹੁਕਮ ਹੀ ਕਰਦੇ ਹਾਂ, ਅਰਦਾਸ ਘੱਟ ਕਰਦੇ ਹਾਂ। ਵਾਹਿਗੁਰੂ ਮਹਾਰਾਜ ਏਦਾਂ ਕਰੋ, ਆਹ ਹੋ ਜਾਏ ਉਹ ਹੋ ਜਾਏ, ਸਾਡਾ ਕੰਮ ਹੋ ਜਾਏ, ਅਸੀਂ ਤਾਂ ਹੁਕਮ ਹੀ ਕਰ ਰਹੇ ਹਾਂ। ਅਰਦਾਸ ਤਾਂ ਹੁੰਦੀ ਮੇਰੇ ਸਾਹਿਬ ਤੁਹਾਨੂੰ ਭਾਵੇ ਤਾਂ ਇਹ ਕਰ ਦਿਓ, ਤੁਹਾਨੂੰ ਚੰਗਾ ਲੱਗੇ। ਮੇਰੇ ਮਨ ਵਿੱਚ ਏਦਾਂ ਆਉਂਦੀ ਹੈ ਪਰ ਮੈਨੂੰ ਨਹੀਂ ਪਤਾ, ਆਉਣ ਵਾਲੇ ਸਮੇਂ ਦਾ ਗਿਆਨ ਨਹੀਂ। ਤੁਸੀਂ ਅੰਤਰਜਾਮੀ ਹੋ, ਜੋ ਸਾਡੇ ਭਲੇ 'ਚ ਹੋਵੇ ਉਹ ਕਰ ਦਿਓ। ਇਹ ਅਰਦਾਸ ਹੈ। ਮਹਾਰਾਜ ਜੀ ਕਹਿੰਦੇ ਜੋ ਜਿਸ ਜੀਵ ਨੇ ਕੀਤਾ ਹੈ ਆਪਣੇ ਹੱਥੀਂ ਉਹ ਇਹਦੇ ਅੱਗੇ ਆਇਆ ਹੈ। ਹੁਣ ਅਸੀਂ ਕੀ ਹੁਕਮ ਕਰੇਣਾ ਹੈ ਅੱਗੇ ਕਿ ਏਦਾਂ ਨਹੀਂ ਵਾਹਿਗੁਰੂ ਏਦਾਂ ਕਰ। ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਈਹਾ। ਐ ਭੈਣੋ ਆਓ ਮਿਲੋ ਸਾਧ ਸੰਗਤ ਵਿੱਚ ਇਕੱਤਰ ਹੋਵੋ ਔਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਲਵੋ, ਸੱਚੇ ਦੇ ਨਾਮ ਦੀ ਆਰਾਧਨਾ ਕਰੋ। ਸੰਗਤ ਵਿੱਚ ਇਕੱਤਰ ਹੋ ਕੇ ਮਿਲ ਕੇ ਸਚੜਾ ਨਾਮ ਲਵੋ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਸੱਚੜਾ ਨਾਮ ਲਵੋ, ਇਹ ਸੱਚੜਾ ਨਾਮ ਹੈ। ਵਾਹਿਗੁਰੂ ਜਿਸ ਨਾਲ ਜੁੜ ਕੇ ਜੀਵ ਸਚਿਆਰ ਹੁੰਦਾ ਹੈ। ਪਾਤਸ਼ਾਹ ਕਹਿੰਦੇ ਐਸੇ ਸੱਚੇ ਨਾਮ ਨੂੰ ਲੈਣਾ ਕਰੋ। ਮਰਨ ਨਾ ਮੰਦਾ ਲੋਕਾ ਆਖੀਆ, ਜੇ ਮਰ ਜਾਣਾ ਐਸਾ ਕੋਈ। ਇਹ ਲੋਕੋ ਮਰਨ ਨੂੰ ਮਾੜਾ ਨਾ ਕਹੋ। ਲੋਕ ਕਹਿੰਦੇ ਆ ਸਵੇਰੇ ਸਵੇਰੇ ਮਰਨ ਦੀ ਗੱਲ ਕਰਦਾ ਬਈ। ਉਹ ਸ਼ੁਭ ਸ਼ੁਭ ਬੋਲ, ਕੀ ਪਿਆ ਕਹਿਣਾ? ਸ਼ਕਲ ਚੰਗੀ ਨਹੀਂ ਗੱਲ ਚੰਗੀ ਕਰ, ਕਹਿੰਦੇ ਆ ਨਾ ਲੋਕ। ਪਾਤਸ਼ਾਹ ਕਹਿੰਦੇ ਹੋ ਲੋਕੋ ਮਰਨ ਨੂੰ ਕਾਹਨੂੰ ਮਾੜਾ ਕਹਿੰਦੇ ਹੋ? ਮਰਨ ਨੂੰ ਮੰਦਾ ਕਿਉਂ ਕਹਿੰਦੇ ਹੋ? ਅਸਲ ਵਿੱਚ ਮਰਨਾ ਮੰਦਾ ਉਹ ਹੈ ਕਿ ਜਿਹੜਾ ਆਪਣੇ ਜਨਮ ਦੀ ਬਾਜੀ ਨੂੰ ਹਾਰ ਕੇ ਮਰ ਜਾਏ। ਪਰ ਜੇ ਕੋਈ ਜੀਵਤ ਭਾਵ ਕਰਕੇ ਮਰ ਜਾਣੇ, ਇਹੋ ਜਿਹਾ ਮਰਨਾ ਮੰਦਾ ਨਹੀਂ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਮਰਨਾ ਤਾਂ ਪ੍ਰਵਾਨ ਹੈ। ਕੋਈ ਸਾਖਤ ਮਰੇ ਤਾਂ ਉਹਦਾ ਮਰਨਾ ਮਾੜਾ ਹੈ, ਭੈੜਾ ਹੈ, ਕਿਉਂਕਿ ਉਹ ਪ੍ਰਵਾਨ ਹੋ ਕੇ ਨਹੀਂ ਮਰਿਆ। ਪਰ ਜੇ ਕੋਈ ਜੀਵਤ ਭਾਵ ਕਰਕੇ ਆਪਣੇ ਆਪੇ ਨੂੰ ਹਿਰਦੇ ਚੋਂ ਜਿਉਂਦਿਆਂ ਜੀ ਮਾਰ ਲਏ, ਮਹਾਰਾਜ ਜੀ ਕਹਿੰਦੇ ਉਹ ਮਰਨਾ ਮੰਦਾ ਨਹੀਂ ਹੈ। ਸੇਵ ਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗਾ ਹੋਏ। ਆਪਣੇ ਸਮਰੱਥ ਸਾਹਿਬ ਨੂੰ ਸੇਵੋ, ਜਿਹੜਾ ਸਮਰੱਥ ਹੈ। ਸੇਵਿਓ ਸਾਹਿਬ ਸਮਰੱਥ ਆਪਣਾ, ਜੋ ਸਮਰੱਥ ਵਾਹਿਗੁਰੂ ਵਾਹਿ ਪਰਮੇਸ਼ਰ ਹੈ ਉਹਨੂੰ ਸੇਵੋ ਭਾਈ, ਉਸ ਨੂੰ ਆਰਾਧੋ। ਜਦੋਂ ਉਹਨੂੰ ਸੇਵੋਗੇ ਤਾਂ ਸਾਹਿਬ ਕਹਿੰਦੇ ਤੁਹਾਡਾ ਜਿਹੜਾ ਪੰਥ ਹੈ, ਰਾਹ ਹੈ, ਜਿਸ ਰਾਹ ਤੇ ਤੁਸੀਂ ਜਾਣਾ ਉਹ ਰਾਹ ਤੁਹਾਡਾ ਸੁਖੱਲਾ ਹੋ ਜਾਏਗਾ, ਸੁਹੇਲਾ ਹੋ ਜਾਵੇਗਾ।
ਪੰਥ ਸੁਹੇਲਾ ਆਗੈ ਹੋਏ। ਅੱਗੇ ਜਾਣ ਦਾ ਜਿਹੜਾ ਰਸਤਾ ਹੈ, ਮਾਰਗ ਹੈ, ਉਹ ਮਾਰਗ, ਉਹ ਰਾਹ ਸੁਖਾਲਾ ਹੋ ਜਾਏਗਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਪੁਰਸ ਲਾਤ ਕਾ ਪੰਥ ਦੁਹੇਲਾ, ਉਹ ਬੜਾ ਔਖਾ ਰਾਹ ਹੈ। ਪਰ ਜੇ ਤੂੰ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰੇ, ਉਸ ਸਾਹਿਬ ਨੂੰ ਸੇਵੇਂ, ਤਾਂ ਤੇਰਾ ਅੱਗੇ ਦਾ ਰਸਤਾ ਸੁਖਾਲਾ ਹੋ ਜਾਵੇਗਾ। ਪੰਥ ਸੁਹੇਲਾ ਜਾਵੋ ਤਾ ਫਲ ਪਾਵੋ, ਆਗੈ ਮਿਲੈ ਵਡਾਈ। ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਉਸ ਸੁਹੇਲੇ ਰਾਹ ਤੇ ਜਾਓਗੇ, ਸੁਖਦਾਈ ਰਾਹ ਤੇ ਜਾਓਗੇ, ਤਾਂ ਤੁਹਾਨੂੰ ਮੁਕਤੀ ਰੂਪੀ ਫਲ ਦੀ ਪ੍ਰਾਪਤੀ ਹੋਵੇਗੀ ਔਰ ਅੱਗੇ ਵਾਹਿਗੁਰੂ ਦੇ ਘਰ ਵਿੱਚ ਤੁਹਾਨੂੰ ਵਡਿਆਈ ਮਿਲੇਗੀ, ਵਡਿਆਈ ਪ੍ਰਾਪਤ ਹੋਵੇਗੀ। ਜੇ ਸੁਹੇਲੇ ਰਸਤੇ ਤੇ ਜਾਓਗੇ, ਸੁਖਦਾਈ ਰਾਹ ਤੇ ਜਾਓਗੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਹ ਸਾਨੂੰ ਦੱਸਿਆ, ਬੜਾ ਸੁਖਦਾਈ ਰਾਹ ਹੈ। ਇਸ ਰਸਤੇ ਤੇ ਪਾਤਸ਼ਾਹ ਕਹਿੰਦੇ ਜਦੋਂ ਜਾਓਗੇ ਤਾਂ ਤੁਸੀਂ ਮੁਕਤੀ ਰੂਪੀ ਫਲ ਪ੍ਰਾਪਤ ਕਰੋਗੇ ਔਰ ਅੱਗੇ ਨਿਰੰਕਾਰ ਦੇ ਘਰ ਵਿੱਚ ਪਰਮੇਸ਼ਰ ਵਿੱਚ ਅਭੇਦ ਹੋਣ ਦੀ ਜੋ ਵਡਿਆਈ ਹੈ, ਉਸ ਵਡਿਆਈ ਨੂੰ ਤੁਸੀਂ ਪ੍ਰਾਪਤ ਕਰੋਗੇ। ਭੇਟੈ ਸਿਉ ਜਾਵੋ ਸੱਚ ਸਮਾਵੋ, ਤਾਂ ਪਤ ਲਿਖੈ ਪਾਈ। ਜਦੋਂ ਤੁਹਾਡੇ ਕੋਲ ਨਾਮ ਰੂਪੀ ਭੇਟਾ ਹੋਵੇਗੀ, ਨਾਮ ਰੂਪੀ ਭੇਟਾ, ਤੇ ਨਾਮ ਰੂਪੀ ਭੇਟਾ ਲੈ ਕੇ ਜਦੋਂ ਜਾਓਗੇ ਤਾਂ ਫਿਰ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਤੁਹਾਡੀ ਸਮਾਈ ਹੋਵੇਗੀ। ਭੇਟਾ ਸਿਉ ਜਾਵੋ ਸੱਚ ਸਮਾਵੋ, ਫਿਰ ਉਸ ਸੱਚ 'ਚ ਸਮਾਵੋਗੇ ਤਾਂ ਪਤ ਲੇਖੈ ਪਾਈ। ਫਿਰ ਤੁਹਾਡੀ ਜਿਹੜੀ ਪਤ ਹੈ, ਇੱਜ਼ਤ ਹੈ, ਉਹ ਲੇਖੇ 'ਚ ਪਾਈ ਜਾਏਗੀ। ਉਹਦਾ ਭਾਵੇਂ ਤੁਸੀਂ ਸੰਸਾਰ 'ਚ ਬੜੇ ਪ੍ਰਤਿਸ਼ਠਿਤ ਵਿਅਕਤੀ ਹੋਵੋ, ਵੱਡੇ ਦੁਨੀਦਾਰ ਹੋਵੋ, ਪਰ ਉਹ ਪਤ ਉਸ ਨਿਰੰਕਾਰ ਦੇ ਘਰ ਵਿੱਚ ਲੇਖੇ 'ਚ ਤਾਂ ਪੈਣੀ ਹੈ ਜੇ ਤੁਸੀਂ ਸੱਚ 'ਚ ਸਮਾਉਂਦੇ ਹੋ ਔਰ ਨਾਮ ਦੀ ਭੇਟਾ ਲੈ ਕੇ ਆਪਣੇ ਨਾਲ ਜਾਂਦੇ ਹੋ। ਪਰਮੇਸ਼ਰ ਨੂੰ ਜਿਹੜੀ ਭੇਟਾ ਦੇਣੀ ਹੈ, ਉਹ ਨਾਮ ਦੇ ਨਾਲ। ਭੇਟ ਦਾ ਮਤਲਬ ਹੁੰਦਾ ਮਿਲਣਾ। ਨਾਮ ਦੀ ਭੇਟਾ ਦੁਆਰਾ ਹੀ ਪਰਮੇਸ਼ਰ ਨਾਲ ਭੇਟ ਹੋਣੀ ਹੈ, ਮੇਲ ਹੋਣਾ। ਫਿਰ ਉਹਦੇ ਵਿੱਚ ਸਮਾਈ ਹੋਵੇਗੀ। ਜਦੋਂ ਉਹਦੇ 'ਚ ਸਮਾਈ ਹੋਵੇਗੀ ਤਾਂ ਤੁਹਾਡੀ ਪੱਤ, ਤੁਹਾਡੀ ਜਿਹੜੀ ਇੱਜ਼ਤ ਹੈ, ਉਹ ਨਿਰੰਕਾਰ ਦੇ ਘਰ ਵਿੱਚ ਲੇਖੇ 'ਚ ਪਾਈ ਜਾਵੇਗੀ। ਮਹਿਲੇ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉ ਰਲੀਆਂ ਮਾਣੈ। ਉਸ ਨਿਰੰਕਾਰ ਦੇ ਘਰ ਵਿੱਚ, ਵਾਹਿਗੁਰੂ ਪਰਮੇਸ਼ਰ ਦੇ ਮਹਿਲ ਵਿੱਚ ਜਦੋਂ ਜਾਓਗੇ ਤਾਂ ਜਾਓਗੇ ਜੇ ਉਸ ਖਸਮ ਨੂੰ ਭਾਵੋਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਿਲੀ ਜਾਏ ਪਾਵੋ, ਉਸ ਦੇ ਮਹਿਲ ਨੂੰ ਜਾ ਕੇ ਤੁਸੀਂ ਤਾਂ ਪਾਵੋਗੇ। ਖਸਮੈ ਭਾਵੋ, ਜੇ ਉਸ ਖਸਮ ਨੂੰ ਭਾਵੋਗੇ, ਜੇ ਉਹਨੂੰ ਚੰਗੇ ਨਹੀਂ ਲੱਗੇ ਤਾਂ ਉਹਦੇ ਮਹਿਲ ਵਿੱਚ ਪ੍ਰਵੇਸ਼ ਨਹੀਂ ਹੋਣਾ। ਤੇ ਜਦੋਂ ਉਹਨੂੰ ਭਾ ਜਾਓਗੇ, ਪਾਤਸ਼ਾਹ ਕਹਿੰਦੇ ਫਿਰ ਉਹਦੇ ਰੰਗ ਵਿੱਚ ਮਿਲ ਕੇ ਉਹਦੀ ਅਭੇਦਤਾ ਦਾ ਆਨੰਦ ਮਾਣੋਗੇ। ਰੰਗ ਸਿਉ ਰਲੀਆ ਮਾਣੈ, ਉਹਦੇ ਵਿੱਚ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਅਭੇਦਤਾ ਦਾ ਰੰਗ ਮਾਣੋਗੇ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ। ਮਹਾਰਾਜ ਜੀ ਕਹਿੰਦੇ ਬਈ ਮਰਨ ਨੂੰ ਮੰਦਾ ਨਾ ਆਖੋ ਲੋਕੋ। ਜੇ ਕੋਈ ਇਸ ਤਰੀਕੇ ਨਾਲ ਆਪਣੇ ਹਿਰਦੇ ਤੋਂ ਜੀਵਤ ਭਾਵ ਕਰਕੇ ਮਰਨਾ ਜਾਣਦਾ ਹੋਵੇ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰਮਾ ਦਾ, ਜਿਹੜੇ ਸੂਰਮੇ ਨੇ ਨਾ, ਉਹਨਾਂ ਦਾ ਮਰਨਾ ਸੱਚ। ਹੱਕ ਦਾ ਇੱਥੇ ਅਰਥ ਹੈ ਸੱਚ ਹੈ, ਕਿਉਂਕਿ ਉਹ ਮਰ ਕੇ ਪਰਮੇਸ਼ਰ ਦੀ ਦਰਗਾਹ 'ਚ ਪ੍ਰਵਾਨ ਹੋ ਗਏ ਨੇ। ਮਰਨਾ ਤਾਂ ਬੜੀ ਦੁਨੀਆ ਮਰਦੀ ਹੈ, ਲੋਕ ਹਜ਼ਾਰਾਂ ਲੋਕ, ਲੱਖਾਂ ਲੋਕ, ਲੱਖਾਂ ਜੀਵ ਮਰਦੇ ਐ, ਸਭ ਦਾ ਮਰਨਾ ਪ੍ਰਵਾਨ ਨਹੀਂ ਨਾ ਹੈ। ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡੀਆਂ ਭਾਰੀਆਂ ਕੁਰਬਾਨੀਆਂ ਤੇ ਫਾਂਸੀਆਂ ਦੇ ਤਖਤਿਆਂ ਤੇ ਝੂਲਣ ਵਾਲੇ ਪੰਜਾਬ ਦੀ ਧਰਤੀ ਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਾਰਸ ਨੇ। ਉਹਨਾਂ ਵਾਰਸਾਂ ਚੋਂ ਇੱਕ ਮਹਾਨ ਵਾਰਸ ਗੁਰੂ ਕਲਗੀਧਰ ਦਾ, ਚੜ੍ਹਦੀ ਜਵਾਨੀ ਦੀ ਉਮਰ 'ਚ ਜਿਸ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ,
ਉਹ ਸੀ ਸਰਦਾਰ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭੇ ਨੂੰ ਜਿਸ ਵੇਲੇ ਜੇਲ੍ਹ ਦੇ ਵਿੱਚ ਬੰਦ ਕਰਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਤਾਂ ਇਹਨਾਂ ਦੇ ਪਿਤਾ ਜੀ ਆਏ, ਆ ਕੇ ਕਰਤਾਰ ਸਿੰਘ ਨੂੰ ਕਹਿਣ ਲੱਗੇ, ਬੇਟਾ ਕਰਤਾਰ ਸਿੰਘ, ਤੂੰ ਜੇ ਆਪਣੇ ਸਾਥੀਆਂ ਬਾਰੇ ਨਾ ਅੰਗਰੇਜ਼ਾਂ ਨੂੰ ਦੱਸ ਦੇ ਤਾਂ ਇਹ ਤੇਰੀ ਜਾਨ ਮੁਆਫ ਕਰ ਦੇਣਗੇ। ਤੂੰ ਹਾਲੇ ਜ਼ਿੰਦਗੀ 'ਚ ਕੁਝ ਨਹੀਂ ਵੇਖਿਆ, ਤੇਰੀ ਜੀਵਨ ਦੀ ਬੜੀ ਲੰਮੀ ਯਾਤਰਾ ਹਾਲੇ ਹੋ ਸਕਦੀ ਹੈ। ਬਸ ਆਪਣੇ ਨਾਲ ਦੇ ਸਾਥੀਆਂ ਬਾਰੇ ਇਹਨਾਂ ਨੂੰ ਦੱਸ ਦੇ, ਫੜਾ ਦੇ। ਫੜਾਣਾ ਨਹੀਂ ਤਾਂ ਦਾਸੀ ਦੇ ਕਿੱਥੇ ਮਿਲਣਗੇ। ਸਰਦਾਰ ਕਰਤਾਰ ਸਿੰਘ ਨੇ ਆਪਣੇ ਪਿਤਾ ਨੂੰ ਜਵਾਬ ਦਿੱਤਾ, ਆਖਿਆ, ਪਿਤਾ ਜੀ, ਇਹ ਗੱਦਾਰੀ ਮੈਂ ਆਪਣੇ ਨਾਲ ਦੇ ਸਾਥੀਆਂ ਨਾਲ ਨਹੀਂ ਕਰ ਸਕਦਾ, ਔਰ ਇਹ ਗੱਦਾਰੀ ਦਾ ਕਲੰਕ ਮੈਂ ਆਪਣੇ ਮੱਥੇ ਤੇ ਰੱਖ ਕੇ ਨਹੀਂ ਜੀ ਸਕਦਾ। ਉਹ ਤਾਂ ਰੋਜ਼ ਦਾ ਹੀ ਮਰਨਾ ਹੋਵੇਗਾ, ਨਿਤ ਦਾ ਹੀ ਮਰਨਾ ਹੋਵੇਗਾ। ਪਿਤਾ ਜੀ, ਮੈਨੂੰ ਇਹ ਦੱਸੋ ਵੀ ਆਪਣੇ ਪਿੰਡ ਸਰਾਭੇ 'ਚ ਉਹ ਫਲਾਣਾ ਬੰਦਾ ਹੁੰਦਾ ਸੀ, ਉਹ ਕਿੱਥੇ ਹੈ? ਪਿਤਾ ਕਹਿਣ ਲੱਗਾ ਵੀ ਉਹਨੂੰ ਤਾਂ ਚਿਰ ਹੋ ਗਿਆ ਮਰੇ ਨੂੰ। ਫਿਰ ਕਹਿੰਦੇ ਉਹ ਫਲਾਣਾ ਸੀ, ਕਹਿੰਦੇ ਉਹ ਵੀ ਮਰ ਗਿਆ। ਫਲਾਣਾ, ਉਹਨਾਂ ਨੇ 5-7 ਬੰਦੇ ਨਾਂ ਗਿਣਾਏ ਜਿਹੜੇ ਮਰ ਗਏ ਸੀ, ਉਹ ਤਾਂ ਮਰ ਗਏ ਨੇ। ਫਿਰ ਉਹਨਾਂ ਵਿੱਚੋਂ ਕੁਝ ਬੰਦੇ ਉਹ ਵੀ ਸਨ ਜਿਹੜੇ ਅੰਗਰੇਜ਼ਾਂ ਦੇ ਨਾਲ ਜੁੜੇ ਹੋਏ ਸਨ, ਕਹਿੰਦੇ ਉਹ ਵੀ ਮਰ ਗਏ ਨੇ। ਹੇ ਪਿਤਾ, ਮੰਨ ਲੈ ਕਿ ਮੈਨੂੰ ਤੂੰ ਇੱਥੋਂ ਛੁਡਾ ਕੇ ਲੈ ਜਾਵੇਂ, ਮੈਂ ਆਪਣੇ ਸਾਥੀ ਫੜਾ ਦਿਆਂ, ਮੈਂ 10-20 ਸਾਲ 30 ਸਾਲ 40 ਸਾਲ ਹੋਰ ਜੀ ਜਾਵਾਂਗਾ, 50 ਸਾਲ ਹੋਰ ਜੀ ਜਾਵਾਂਗਾ, ਅਖੀਰ ਨੂੰ ਮਰਨਾ ਤਾਂ ਫਿਰ ਹੈ ਹੀ ਹੈ ਨਾ। ਮੌਤ ਤਾਂ ਫਿਰ ਵੀ ਆਉਣੀ ਹੈ ਨਾ ਪਿਤਾ ਜੀ। ਕਿ ਐਸਾ ਤਾਂ ਨਹੀਂ ਹੈ ਕਿ ਜੇ ਮੈਂ ਅੰਗਰੇਜ਼ਾਂ ਦਾ ਵਫਾਦਾਰ ਹੋ ਕੇ ਦੇਸ਼ ਪ੍ਰਤੀ ਗੱਦਾਰੀ ਕਰ ਜਾਵਾਂ ਤੇ ਮੇਰੀ ਜ਼ਿੰਦਗੀ, ਐਸਾ ਤਾਂ ਨਹੀਂ ਵੀ ਮੇਰੀ ਮੌਤ ਨਹੀਂ ਹੋਣੀ, ਮੌਤ ਤਾਂ ਫਿਰ ਵੀ ਆਉਣੀ ਹੈ। ਉਦੋਂ ਜਦੋਂ ਮਰਾਂਗਾ ਉਸ ਗੱਦਾਰੀ ਦਾ ਕਲੰਕ ਲੈ ਕੇ, ਤਾਂ ਉਹ ਮਰਨਾ ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਮੇਰੇ ਲਈ ਲਾਹਨਤ ਸਾਬਤ ਹੋਵੇਗਾ, ਤਿਰਕਾਰ ਸਾਬਤ ਹੋਵੇਗਾ। ਪਰ ਅੱਜ ਮੈਂ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਵਾਂ ਤੇ ਇਹ ਮਰਨਾ ਮੇਰਾ ਮੇਰੇ ਸਾਹਿਬ ਦੇ ਦਰ ਤੇ ਪ੍ਰਵਾਨ ਹੋਵੇਗਾ। ਇਹ ਸੂਰਮਿਆਂ ਦੀ ਮੌਤ ਹੈ। ਪੁਰਾਤਨ ਸਮਿਆਂ ਵਿੱਚ ਜਦੋਂ ਵੀ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਚਾਹੇ ਉਹ ਭਾਈ ਤਾਰੂ ਸਿੰਘ ਹੈ, ਚਾਹੇ ਉਹ ਭਾਈ ਸੁਬੇਗ ਸਿੰਘ ਨੇ, ਭਾਈ ਸਹਬਾਜ ਸਿੰਘ ਨੇ, ਜਦੋਂ ਸੁਬੇਗ ਸਿੰਘ ਹੋਣਾ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਹਾਲੇ ਜਵਾਨ ਵੀ ਨਹੀਂ ਹੋਇਆ, ਗੱਭਰੂ ਹੈ, ਕਿਉਂ ਕੁੱਲ ਗਵਾਉਣਾ? ਤਾਂ ਭਾਈ ਸੁਬੇਗ ਸਿੰਘ ਜੀ ਜਵਾਬ ਦਿੰਦਿਆਂ ਕਹਿੰਦੇ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰੱਖੈ ਕਵਨ ਬੜਾਈ। ਸਾਡੇ ਵਾਸਤੇ ਸਾਡੇ ਗੁਰੂ ਨੇ ਆਪਣੀ ਕੁੱਲ ਕੁਰਬਾਨ ਕਰ ਦਿੱਤੀ, ਮੈਂ ਆਪਣੀ ਕੁੱਲ ਰੱਖ ਕੇ ਕੀ ਵਡਾਈ ਖੱਟਣੀ ਹੈ? ਮੈਂ ਹਾਂ ਹੀ ਕੀ, ਜੇ ਬਾਜਾਂ ਵਾਲੇ ਸੁਆਮੀ ਨੇ ਆਪਣੀ ਕੁੱਲ ਨਹੀਂ ਰੱਖੀ ਤਾਂ। ਇਹ ਸੀ ਸੂਰਮਿਆਂ ਦਾ ਮਰਨਾ। ਪਾਤਸ਼ਾਹ ਕਹਿੰਦਾ, ਮਰਨ ਮੁਨਸਾ ਸੂਰਿਆਂ ਹੱਕ ਹੈ। ਸੂਰਮਿਆਂ ਦਾ, ਯੋਧਿਆਂ ਦਾ ਮਰਨਾ ਹੱਕ ਕਹੀਏ, ਸੱਚਾ ਮਰਨਾ ਹੈ। ਕਿਉਂ? ਜੋ ਹੋਏ ਮਰਨ ਪ੍ਰਵਾਨੋ, ਉਹ ਮਰ ਕੇ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ ਨੇ। ਜੋ ਦਾ ਮਤਲਬ ਜਿਹੜੇ ਉਹ ਮਰ ਕੇ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ 'ਚ ਪ੍ਰਵਾਨ ਹੋ ਗਏ ਨੇ। ਅਕਾਲ ਪੁਰਖ ਨੇ ਉਹਨਾਂ ਨੂੰ ਆਪਣੀ ਦਰਗਾਹ ਵਿੱਚ ਪ੍ਰਵਾਨ ਕਰ ਲਿਆ ਵੀ ਹੁਣ ਤੁਹਾਨੂੰ ਮੁੜ ਕੇ ਮਰਨਾ ਨਹੀਂ ਹੋ ਪਵੇਗਾ। ਉਹਨਾਂ ਦਾ ਮਰਨਾ, ਜਿਨ੍ਹਾਂ ਦਾ ਮਰਨਾ ਪ੍ਰਵਾਨ ਹੋ ਜਾਏ, ਉਹਨਾਂ ਨੂੰ ਮੁੜ ਕੇ ਨਹੀਂ ਮਰਨਾ ਪੈਂਦਾ। ਬਾਹਰ ਨਾ ਮਰਨਾ ਹੋਏ, ਬਾਹਰ ਨਾ ਮਰਨਾ ਹੋਏ, ਬਾਹਰ ਨਾ ਮਰਨਾ ਹੋਏ, ਬਾਹਰ ਨਾ ਮਰਨਾ ਹੋਏ,
मरना होए, बहुर न मरना होए। बहुर न मरना होए, बहुर न मरना होए। ਜਿਹੜੇ ਇਹੋ ਜਿਹਾ ਮਰਨਾ ਜਾਣ ਲੈਂਦੇ ਹਨ ਉਹਨਾਂ ਨੂੰ ਮੁੜ ਕੇ ਨਹੀਂ ਮਰਨਾ ਪੈਂਦਾ। ਉਹਨਾਂ ਦਾ ਮਰਨਾ ਉਸ ਵਾਹਿਗੁਰੂ ਦੇ ਘਰ ਵਿੱਚ ਨਿਰੰਕਾਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ। ਜਦੋਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ ਦਮਦਮਾ ਸਾਹਿਬ ਆਏ ਨਾ, ਤੇ ਕਲਗੀਆਂ ਵਾਲੇ ਸਵਾਮੀ ਨੂੰ ਕਹਿਣ ਲੱਗੇ, ਮਹਾਰਾਜ ਰੁਦਨ ਕਰਕੇ ਮਾਤਾ ਸੁੰਦਰੀ ਜੀ ਮੇਰਾ ਪੁੱਤ ਅਜੀਤ ਸਿੰਘ ਨਹੀਂ ਦਿਸਦਾ। ਕਿਉਂਕਿ ਮਾਤਾ ਸੁੰਦਰੀ ਦੇ ਉਦਰ ਤੋਂ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਹੋਇਆ ਸੀ। ਤੇ ਰੁਦਨ ਕਰ ਰਹੇ ਤੇ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ, ਸੁੰਦਰੀ ਸੂਰਮਿਆਂ ਦੀਆਂ ਮਾਵਾਂ ਕਦੇ ਨੇਤਰਾਂ ਚੋਂ ਨੀਰ ਨਹੀਂ ਵਹਾਉਂਦੀਆਂ। ਤੇਰਾ ਪੁੱਤਰ ਸੂਰਮ ਗਤੀ ਨੂੰ ਪ੍ਰਾਪਤ ਹੋ ਕੇ ਆਪਣਾ ਮਰਨਾ ਨਿਰੰਕਾਰ ਦੇ ਘਰ ਚ ਪ੍ਰਵਾਨ ਕਰ ਗਿਆ। ਉਹਦੇ ਪ੍ਰਤੀ ਰੁਦਨ ਨਾ ਕਰੋ। ਉਹ ਸੂਰਮਿਆਂ ਦੀ ਮੌਤ ਮਰੇ, ਜੰਗ ਦੇ ਮੈਦਾਨ ਚ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਨੇ। ਇਹ ਮਰਨਾ ਪ੍ਰਵਾਨ ਹੈ। ਹਾਂਜੀ। ਸੂਰੇ ਸੇਈ ਆਗੈ ਆਖੀ ਹੈ, ਦਰਗਾਹ ਪਾਵਹਿ ਸਾਚੀ ਮਾਣੋ। ਮੈਂ ਸਮਾਜ ਦੇ ਵਿੱਚ ਐਸਾ ਸੁਣਿਆ ਕਈਆਂ ਦੇ ਮੁਖੋਂ, ਕਹਿੰਦੇ ਫਲਾਣਾ ਬੰਦਾ 2 ਬੋਤਲਾਂ ਬਿਨਾਂ ਪਾਣੀ ਤੋਂ ਸਿੱਧੀਆਂ ਗਟਕ ਕੇ ਪੀ ਜਾਂਦਾ, ਮਜਾਲ ਹੈ ਜੇ ਉਹਦਾ ਪੈਰ ਲੜਖੜਾਵੇ ਵੀ ਇਹੋ ਜਿਹਾ ਸੂਰਮਾ। ਕਈਆਂ ਦੇ ਕੋਲੋਂ ਸੁਣਿਆ ਫਲਾਣਾ ਬੰਦਾ 3-3 ਬੋਤਲਾਂ ਘਟਕ ਜਾਂਦਾ, ਮਜਾਲ ਹੈ ਵੀ ਜੇ ਲੋਕ ਨੂੰ ਕਿਸੇ ਨੂੰ ਪਤਾ ਵੀ ਲੱਗੇ ਵੀ ਉਹਨੇ ਪੀਤੀ ਆ, ਪੈਰ ਨਹੀਂ ਲੜਖੜਾਉਂਦਾ, ਏਡਾ ਬਲੀ ਤੇ ਏਡਾ ਸੂਰਮਾ। ਲੋਕਾਂ ਦੀ ਦ੍ਰਿਸ਼ਟੀ 'ਚ ਇਹੋ ਜਿਹੇ ਬੰਦੇ ਵੀ ਸੂਰਮੇ ਹੁੰਦੇ ਆ। ਇਹੋ ਜਿਹੇ ਲੋਕ ਵੀ ਸੂਰਮੇ ਕਹਾਏ ਜਾਂਦੇ ਆ। ਇਹ ਆ ਕਲੀ ਕਾਲ ਦਾ ਸਮਾਂ। ਇਸ ਕਲੀ ਕਾਲ ਦੇ ਸਮੇਂ 'ਚ ਭੈੜੇ ਕਰਮ ਕਰਨ ਵਾਲਾ, ਰੱਜ ਕੇ ਜਰਾਇਮ ਬਿਰਤੀ ਰੱਖਣ ਵਾਲਾ, ਜਿਹੜਾ ਰਾਹ ਜਾਂਦਿਆਂ ਦੇ ਕਤਲ ਕਰ ਦੇਵੇ, ਗੈਂਗਸਟਰ ਹੋਵੇ, ਉਹਨੂੰ ਵੀ ਲੋਕ ਸੂਰਮਾ ਕਹਿੰਦੇ ਆ। ਕਹਿੰਦੇ ਜੀ ਬੜਾ ਸੂਰਮਾ। ਮੇਰੇ ਸਾਹਿਬ ਦੀ ਦ੍ਰਿਸ਼ਟੀ 'ਚ ਸੂਰਮਾ ਕੌਣ ਹੈ? ਪਾਤਸ਼ਾਹ ਕਹਿੰਦੇ ਸੂਰੇ ਸੂਰਮੇ ਉਹ ਕਹੇ ਜਾਂਦੇ ਨੇ ਅੱਗੇ ਨਿਰੰਕਾਰ ਦੇ ਘਰ ਵਿੱਚ, ਜਿਹੜੇ ਉਸ ਨਿਰੰਕਾਰ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ, ਇੱਜ਼ਤ ਪ੍ਰਾਪਤ ਕਰਨ ਕਿ ਇਹ ਆਪਣੀ ਮਨੁੱਖੀ ਜ਼ਿੰਦਗੀ ਨੂੰ ਬੜੇ ਸੋਹਣੇ ਢੰਗ ਨਾਲ ਪਰਉਪਕਾਰ ਕਰਕੇ ਬਤੀਤ ਕਰਕੇ ਆਇਆ, ਭਲਾ ਕਰਕੇ ਬਤੀਤ ਕਰਕੇ ਆਇਆ। ਜਿਨ੍ਹਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਹੈ ਉਹ ਸੂਰਮੇ ਕਹੇ ਜਾਂਦੇ ਨੇ। ਬਦ ਫੈਲੀਆਂ ਕਰਨ ਵਾਲੇ ਲੋਕਾਂ ਦੀ ਦ੍ਰਿਸ਼ਟੀ 'ਚ ਸੂਰਮੇ ਹੋ ਸਕਦੇ ਹੈ, ਪਰ ਨਿਰੰਕਾਰ ਦੀ ਦ੍ਰਿਸ਼ਟੀ 'ਚ ਸੂਰਮਾ ਉਹ ਹੈ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਆਤਮ ਜਣਾ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਜਿਨ੍ਹਾਂ ਮਨ ਤੇ ਕਾਬੂ ਕਰ ਲਿਆ, ਮਨ ਤੇ ਜਿੱਤ ਪ੍ਰਾਪਤ ਕਰ ਲਈ, ਉਹ ਸੂਰਮੇ ਵਾਹਿਗੁਰੂ ਦੀ ਦਰਗਾਹ 'ਚ ਪ੍ਰਵਾਨ ਨੇ। ਬਾਬਾ ਦੀਪ ਸਿੰਘ ਜੈਸੇ ਮਹਾਨ ਸੂਰਮੇ, ਭਾਈ ਮਨੀ ਸਿੰਘ ਜੈਸੇ ਸ਼ਹੀਦ, ਇਹ ਮਹਾਨ ਸੂਰਮੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹਨ। ਹਾਂਜੀ। ਦਰਗਹ ਮਾਨ ਪਾਵਹਿ ਪਤ ਸਿਉ ਜਾਵਹਿ, ਆਗਾ ਦੁਖ ਨਾ ਲਾਗੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਨੇ ਔਰ ਇੱਜ਼ਤ ਸਹਿਤ ਵਾਹਿਗੁਰੂ ਦੇ ਘਰ ਜਾਂਦੇ ਨੇ, ਉਹਨਾਂ ਨੂੰ ਫਿਰ ਅੱਗੇ ਤੋਂ ਜਨਮ ਮਰਨ ਦਾ ਦੁੱਖ ਨਹੀਂ ਲੱਗਦਾ। ਆਗਾ ਦੁਖ ਨਾ ਲਾਗੈ, ਉਹਨੂੰ ਫਿਰ ਅੱਗੇ ਤੋਂ ਦੁੱਖ ਨਹੀਂ ਲੱਗਦਾ। ਕਿਹੜਾ ਦੁੱਖ? ਜਨਮ ਮਰਨ ਦਾ ਦੁੱਖ ਉਹਨੂੰ ਨਹੀਂ ਵਿਆਪਦਾ। ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ 'ਚ ਮਾਣ ਪਾਉਂਦਾ ਤੇ ਇੱਜ਼ਤ ਸਹਿਤ ਵਾਹਿਗੁਰੂ ਦੇ ਘਰ ਵਿੱਚ ਜਾਂਦਾ ਹੈ। ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਜਿਤ ਸੇਵਿਆ ਭਉ
ਭਾਗੈ। ਜਿਹੜੇ ਉਸ ਇੱਕ ਨੂੰ ਧਿਆਉਂਦੇ ਨੇ, ਇੱਕ ਦੀ ਆਰਾਧਨਾ ਕਰਦੇ ਨੇ, ਉਹ ਵਾਹਿਗੁਰੂ ਦੇ ਘਰ ਵਿੱਚ ਫਲ ਪਾਉਂਦੇ ਆ, ਮੁਕਤੀ ਰੂਪੀ ਫਲ ਪਾਉਂਦੇ ਆ। ਪਰਮੇਸ਼ਰ ਐਸਾ ਜਿਸ ਨੂੰ ਸੇਵ ਕੇ ਸਾਰੇ ਡਰ ਲੱਥ ਜਾਂਦੇ ਨੇ। ਜਿਤ ਸੇਵਿਆ ਭਉ ਭਾਗੈ। ਵਾਹਿਗੁਰੂ ਦਾ ਅੰਮ੍ਰਿਤ ਨਾਮ ਐਸਾ ਹੈ, ਉਹਦਾ ਸਵਰੂਪ ਐਸਾ ਹੈ ਕਿ ਜਦੋਂ ਉਹਨੂੰ ਕੋਈ ਸੇਵਦਾ ਉਹਦੇ ਅੰਦਰ ਡਰ ਨਹੀਂ ਰਹਿੰਦਾ, ਭਉ ਨੱਠ ਜਾਂਦਾ ਹੈ, ਉਹ ਭਉ ਤੋਂ ਰਹਿਤ ਹੋ ਜਾਂਦੇ ਹਨ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣ ਜਾਣੋ। ਮੈਂ ਆ ਕੀਤਾ, ਮੈਂ ਉਹ ਕੀਤਾ, ਮੈਂ ਆ ਕੰਮ ਕੀਤਾ ਚੰਗਾ, ਮੈਂ ਉਹ ਕੀਤਾ। ਪਾਤਸ਼ਾਹ ਕਹਦੇ ਹੰਕਾਰ ਵਿੱਚ ਉੱਚਾ ਕਹਿ ਕੇ ਲੋਕਾਂ ਨੂੰ ਸੁਣਾਉਣ ਦੀ ਲੋੜ ਨਹੀਂ, ਤੁਸੀਂ ਜੋ ਕੀਤਾ। ਅਸੀਂ ਜਦੋਂ ਕੋਈ ਚੰਗਾ ਕੰਮ ਕਰਕੇ ਉੱਚਾ ਉੱਚਾ ਸਪੀਕਰ ਲਾ ਲਾ ਕੇ ਲੋਕਾਂ ਨੂੰ ਦੱਸੀਏ ਵੀ ਮੈਂ ਆਹ ਕੀਤਾ, ਮੈਂ ਉਹ ਕੀਤਾ। ਰਾਜਨੀਤਿਕ ਲੋਕ ਤਾਂ ਕਰਦੇ ਆ, ਭਾਵੇਂ ਨਾ ਕੀਤਾ ਹੋਵੇ, ਉਹਨਾਂ ਨੇ ਤਾਂ ਵੀ ਕਹਿਣਾ ਹੁੰਦਾ ਹੈ। ਪਾਤਸ਼ਾਹ ਕਹਿੰਦੇ ਤਾਂ ਹੰਕਾਰ ਨੂੰ ਬੜਾਵਾ ਦੇਣ ਵਾਲੀ ਬਾਤ ਹੈ, ਉੱਚਾ ਕਹਿਣ ਦੀ ਲੋੜ ਨਹੀਂ। ਜੋ ਕੀਤਾ ਉਹਨੂੰ ਆਪਣੇ ਮਨ 'ਚ ਸਹਿਣ ਦੀ ਸ਼ਕਤੀ ਰੱਖੋ, ਬਰਦਾਸ਼ਤ ਕਰਨ ਦਾ ਮਾਦਾ ਰੱਖੋ। ਜੇ ਕੋਈ ਚੰਗਾ ਕੰਮ ਹੋ ਗਿਆ ਤੁਹਾਡੇ ਕੋਲੋਂ, ਵੈਸੇ ਆਦਤ ਤਾਂ ਨਹੀਂ ਹੈ ਮਨੁੱਖ ਦੀ ਵੀ ਇਹ ਚੰਗਾ ਕਰੇ, ਚਲੋ ਜੇ ਹੋ ਗਿਆ ਤੇਰੇ ਕੋਲੋਂ ਤਾਂ ਫਿਰ ਉਹਨੂੰ ਮਨ 'ਚ ਬਰਦਾਸ਼ਤ ਕਰ। ਲੋਕਾਂ ਅੱਗੇ ਡੋਂਡੀ ਪਿੱਟ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਹ ਪਰਮੇਸ਼ਰ ਅੰਤਰਜਾਮੀ ਹੈ। ਮਹਾਰਾਜ ਜੀ ਕਹਿੰਦੇ ਉਹ ਜਾਣਦਾ ਹੈ, ਉਹ ਤੇਰੇ ਹਿਰਦੇ ਦੀ ਜਾਣਦਾ। ਦੁਬਾਰਾ ਪੜ੍ਹੀਏ ਜੀ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਉੱਚਾ ਨਹੀਂ ਕਹਿਣਾ ਭਾਵ ਹੰਕਾਰ ਦੇ ਵਿੱਚ ਆ ਕੇ ਪ੍ਰਚਾਰ ਨਹੀਂ ਕਰਨਾ ਮੈਂ ਆਹ ਕੀਤਾ। ਪਾਤਸ਼ਾਹ ਕਹਿੰਦੇ ਆਪਣੇ ਮਨ ਦੇ ਵਿੱਚ ਹੀ ਉਸ ਨੂੰ, ਬੀਜ ਨੂੰ ਜਿੰਨਾ ਜ਼ਮੀਨ 'ਚ ਨੱਪ ਕੇ ਰੱਖੋਗੇ ਤਾਂ ਹੀ ਉੱਗਣਾ ਨਾ। ਜੇ ਉੱਤੇ ਪਿਆ ਰਹਿ ਗਿਆ ਤੇ ਸੁੱਕ ਜਾਏਗਾ, ਸੜ ਜਾਏਗਾ, ਜਾਂ ਕੋਈ ਪੰਛੀ ਲੈ ਜਾਏਗਾ ਚੁੱਕ ਕੇ। ਕਹਿੰਦੇ ਆਪਣੇ ਮਨ ਵਿੱਚ ਹੀ ਉਸ ਨੂੰ ਦਫਨ ਕਰਕੇ ਰੱਖੋ। ਆਪੇ ਜਾਣ ਜਾਣੋ, ਕਿ ਉਹ ਜਾਣੀ ਜਾਣ ਵਾਹਿਗੁਰੂ ਪਰਮੇਸ਼ਰ ਆਪ ਜਾਣਦਾ ਤੂੰ ਕੀ ਕੀਤਾ। ਉਹ ਅੰਤਰਜਾਮੀ ਹੈ, ਉਹਦੇ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੋਇਆ। ਉਹਨੂੰ ਦੱਸ ਕੇ ਕਹਿ ਕੇ ਸੁਣਾ ਕੇ ਲੋੜ ਨਹੀਂ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਈ ਮਰਹਿ ਪਰਵਾਣੋ। ਮਰਨਾ ਸੂਰਮਿਆਂ ਦਾ ਸੱਚਾ ਹੈ, ਜਿਨ੍ਹਾਂ ਸੂਰਮਿਆਂ ਦਾ ਪਰਮੇਸ਼ਰ ਦੀ ਦਰਗਾਹ ਵਿੱਚ ਮਰਨਾ ਪ੍ਰਵਾਨ ਹੋ ਜਾਂਦਾ। ਉਹਨਾਂ ਦਾ ਮਰਨਾ, ਸੂਰਮਿਆਂ ਦਾ ਮਰਨਾ ਇਸ ਸੰਸਾਰ ਵਿੱਚ ਸੱਚਾ ਹੈ। ਨਾਨਕ ਕਿਸ ਨੋ ਬਾਬਾ ਰੁਈਆ, ਬਾਜੀ ਹੈ ਇਹੋ ਸੰਸਾਰੋ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਕਿਸ ਨੂੰ ਰੋਈਏ, ਇਹ ਸੰਸਾਰ ਬਾਜੀਗਰ ਦੀ ਪਾਈ ਹੋਈ ਬਾਜੀ ਹੈ। ਬਾਜੀ 'ਚ ਕੁਝ ਵੀ ਸੱਚ ਨਹੀਂ ਹੁੰਦਾ। ਹੁਣ ਉਹਨੂੰ ਵੇਖ ਕੇ ਕੀ ਰੋਣਾ ਹੋਇਆ, ਕੀ ਹੱਸਣਾ ਹੋਇਆ, ਕਿਉਂਕਿ ਉਹ ਤਾਂ ਬਾਜੀ ਹੈ, ਉਹ ਤਾਂ ਸੱਚ ਨਹੀਂ ਹੈ। ਪਰਮੇਸ਼ਰ ਰੂਪੀ ਬਾਜੀਗਰ ਦੀ ਪਾਈ ਹੋਈ ਇਹ ਸੰਸਾਰ ਬਾਜੀ ਹੈ। ਇਸ ਕਰਕੇ ਗੁਰਦੇਵ ਕਹਿੰਦੇ ਕਿਸ ਨੂੰ ਰੋਈਏ, ਕਿਸ ਨੂੰ ਰੁਦਨ ਕਰੀਏ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਪਰਮੇਸ਼ਰ ਇਸ ਸਾਰੇ ਕੀਤੇ ਹੋਏ ਪਸਾਰੇ ਨੂੰ ਕਰਕੇ ਫਿਰ ਇਸ ਪਸਾਰੇ ਨੂੰ ਵੇਖਦਾ ਹੈ, ਕਰਕੇ ਫਿਰ ਵੇਖਦਾ ਵੀ ਹੈ। ਉਹ ਸਾਰੀ ਕੁਦਰਤ ਨੂੰ ਚੰਗੀ ਤਰ੍ਹਾਂ ਵਿਚਾਰਦਾ ਹੈ। ਕੁਦਰਤ ਕਰੇ ਵਿਚਾਰੋ, ਉਹ ਆਪਣੀ ਵਿਚਾਰ ਨਾਲ ਸਾਰੀ ਕੁਦਰਤ ਨੂੰ ਬਣਾਉਂਦਾ ਹੈ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ। ਇਹ ਜਿਤਨੀ ਵੀ ਕੁਦਰਤ ਹੈ ਇਹਦੀ ਵਿਚਾਰ ਇਹ ਹੈ ਕਿ ਪਰਮੇਸ਼ਰ ਨੇ ਇਸ ਨੂੰ ਧਾਰਨ ਕੀਤਾ ਹੋਇਆ, ਅਕਾਲ ਪੁਰਖ ਨੇ ਇਹਨੂੰ ਧਾਰਨ ਕੀਤਾ ਹੋਇਆ। ਕੁਦਰਤ ਨੇ ਪਰਮੇਸ਼ਰ ਨੂੰ ਨਹੀਂ ਧਾਰਿਆ, ਪਰਮੇਸ਼ਰ ਨੇ ਇਸ ਕੁਦਰਤ ਨੂੰ ਧਾਰਿਆ ਹੋਇਆ। ਯਾਨੀ ਕਿ ਰੱਬ ਦੇ ਆਸ਼ਰਿਤ ਹੈ ਕੁਦਰਤ, ਕੁਦਰਤ ਦੇ ਆਸ਼ਰਿਤ ਰੱਬ ਨਹੀਂ। ਤੋ ਇਸ ਸਾਰੀ ਕੁਦਰਤ ਨੂੰ ਧਾਰਨ ਕਰਨ ਵਾਲਾ ਇਹਦਾ ਆਧਾਰ ਪਰਮੇਸ਼ਰ ਹੈ। ਜਿਸ ਨੇ ਕੀਤਾ ਉਹ ਜਾਣਦਾ ਹੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਆਪ ਹੀ ਵੇਖਦਾ ਤੇ ਆਪ ਹੀ ਬੁੱਝਦਾ।
ਜਾਂ ਇਸ ਤਰ੍ਹਾਂ ਕਹਿ ਲਈਏ ਕਰਕੇ ਸਾਰੇ ਪਸਾਰੇ ਨੂੰ ਉਹਦੇ ਵਿੱਚ ਵਰਤ ਕੇ ਵੇਖਣ ਵਾਲਾ ਵੀ ਆਪ ਹੈ, ਹਜ਼ਾਰਾਂ ਅੱਖਾਂ ਲੈ ਕੇ। ਉਦਾਂ ਆਪਣੀ ਇੱਕ ਵੀ ਅੱਖ ਨਹੀਂ, ਹਜ਼ਾਰਾਂ ਅੱਖਾਂ ਉਸੇ ਦੀਆਂ ਨੇ। ਉਹਨਾਂ ਹਜ਼ਾਰਾਂ ਅੱਖਾਂ ਦੇ ਵਿੱਚ ਵਰਤ ਕੇ ਉਹ ਵੇਖਦਾ ਵੀ ਆਪ ਹੈ ਤੇ ਆਪ ਹੀ ਜਗਿਆਸੂ ਬਣ ਕੇ ਆਪਣੇ ਆਪ ਨੂੰ ਬੁੱਝਦਾ ਵੀ ਆਪ ਹੈ। ਔਰ ਆਪਣੇ ਆਪ ਨੂੰ ਬੁੱਝਣ ਵਾਲਾ ਆਪ ਹੀ ਆਪਣੇ ਹੁਕਮ ਨੂੰ ਕਰਨ ਵਾਲਾ ਹੈ, ਔਰ ਫਿਰ ਉਸ ਹੁਕਮ ਨੂੰ ਪਛਾਣਨ ਵਾਲਾ ਵੀ ਉਹ ਨਿਰੰਕਾਰ ਵਾਹਿਗੁਰੂ ਆਪ ਹੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਪਾਤਸ਼ਾਹ ਕਹਿੰਦੇ ਜਿਸ ਨੇ ਸਾਰਾ ਪਸਾਰਾ ਕੀਤਾ ਉਹ ਸਾਰੇ ਪਸਾਰੇ ਨੂੰ ਜਾਣਦਾ ਹੈ। ਉਹਦਾ ਰੂਪ ਅਪਾਰੋ ਹੈ, ਪਾਰਾਵਾਰ ਤੋਂ ਰਹਿਤ ਹੈ। ਨਾਨਕ ਕਿਸ ਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਾਬਾ ਕਿਸ ਨੂੰ ਰੋਈਏ? ਇਹ ਸਾਰਾ ਸੰਸਾਰ ਹੀ ਪਰਮੇਸ਼ਰ ਦੀ ਪਾਈ ਹੋਈ ਇੱਕ ਬਾਜੀ ਹੈ। ਬਾਜੀ ਸੱਚ ਨਹੀਂ ਹੁੰਦੀ, ਇਹ ਸਭ ਉਹਦੀ ਮਾਇਆ ਹੈ। ਇਸ ਨੂੰ ਵੇਖ ਕੇ ਕੀ ਰੁਦਨ ਕਰਨਾ ਤੇ ਕੀ ਰੋਣਾ। ਉੱਪਰ ਕਹਿ ਆਏ ਨੇ ਜੇ ਰੋਣਾ ਤੇ ਉਸ ਪਰਮੇਸ਼ਰ ਦੇ ਵਿਛੋੜੇ ਨੂੰ ਰੋਵੋ ਜਿਸ ਨੇ ਤੁਹਾਨੂੰ ਉਸ ਪਰਮਾਤਮਾ ਤੋਂ ਵਿਛੋੜਿਆ ਹੋਇਆ। ਉਸ ਬਿਰਹਾ ਨੂੰ ਰੁਦਨ ਕਰਕੇ ਰੋਵੋ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਨ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।